हर्षो हीरा छाड़ के करें आन की आस, ते नर दोजख जाएंगे सत पाखै रविदास। जल जाओ जीवन नाम बिना, जल जाओ जीवन नाम बिना। हर जप जाप जपो जप माली, गुरमुख आवे साध मना। जल जाओ जीवन नाम बिना, जल जाओ जीवन नाम बिना। गुर उपदेश साच सुख जाको, क्या तिस उपमा कही है, क्या तिस उपमा कही है। लाल जवेहर लाल जवेहर नाम पदारथ, खोजत गुरमुख लहीਐ। लाल जवेहर रतन पदारथ, खोजत गुरमुख लहीਐ। खोजत गुरमुख लहीਐ। साइर सपत भरे जल निर्मल, उल्टी नाव तरावै। उल्टी नाव तरावै। बाहर जातो ठाक रहावै, गुरमुख सहज समावै। गुरमुख सहज समावै। जल जाओ जीवन नाम बिना, जल जाओ जीवन नाम बिना। प्रभ की उस्तत करो संत मीत, सावधान एकाग्र चीत। सुखमनी सहज गोविंद गुण नाम, जिस मन बसै सो होत निधान। सर्व इच्छा ताकि पूर्ण होए, प्रधान पुरख प्रगट सब लोए। सब ते ऊच पाए अस्थान, बहुर न होवै आवन जान। हर तन खाट चलै जन सोए, नानक जिसै प्राप्त होए। खेम शांत रिद नव निध, बुद्ध ज्ञान सर्व तह सिद्ध। विद्या तप जोग प्रभ ध्यान, श्रेष्ठ ज्ञान श्रेष्ठ उत्तम स्नान। चार पदार्थ कमल प्रगास, सब कै मध सगल ते उदास। सुंदर चतुर तत् का बेता, समदर्शी एक दृष्टेता। ए फल तिस जन कै मुख भने, गुरु नानक नाम बचन मन सुने। ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਤ ਹੋਏ। ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਜਾਂ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਂ ਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਭ ਤੇ ਊਚ ਤਾਂ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖਮਨੀ। ਸਭ ਤੇ ਊਚ ਤਾਂ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖਮਨੀ। ਸਤਿਗੁਰਾਂ ਦੀ ਪਾਵਨ ਪਵਿੱਤਰ ਸਾਧ ਸੰਗਤ ਜੀਓ,
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਬਖਸ਼ਿਆ ਹੋਇਆ ਇਹ ਪਵਿੱਤਰ ਸ਼ਾਹਕਾਰ ਸੁਖਮਨੀ ਸਾਹਿਬ ਅੱਜ ਸਮਾਪਤੀ ਵੱਲ ਵੱਧ ਰਹੇ ਹਾਂ। ਆਪਾਂ ਆਪਣੀ ਤੁੱਛ ਬੁੱਧੀ ਅਨੁਸਾਰ ਇਹਦੀ ਵਿਆਖਿਆ ਕਰੀਏ। ਭਾਵੇਂ ਸ਼ਬਦ ਤਾਂ ਬਹੁਤ ਸੌਖੇ ਜਿਹੇ ਪੰਜਾਬੀ 'ਚ ਹੈ, ਪਰ ਅਰਥ ਭੇਦ ਉਨਾ ਹੀ ਔਖਾ ਜਿੰਨਾ ਬਾਕੀ ਬਾਣੀ ਦਾ ਔਖਾ ਹੈ। ਕਿਉਂਕਿ ਸ਼ਬਦ ਸੌਖੇ ਹੋਣ ਨਾਲ ਜਿਹੜਾ ਅੰਦਰਲਾ ਭਾਵ ਹੈ, ਜਿਹਨੂੰ ਆਪਾਂ ਨਿਊਐਂਸ ਕਹਿੰਦੇ ਹਾਂ ਜਾਂ ਬੁੱਝਣਾ ਕਹਿੰਦੇ ਹਾਂ, ਉਹ ਤਾਂ ਉਹੀ ਹੈ, ਉਹ ਤਾਂ ਬਦਲ ਨਹੀਂ ਜਾਂਦਾ। ਤੋ ਗੱਲ ਉਹਨੂੰ ਪਕੜਨ ਦੀ ਹੈ। ਜੇ ਸਾਡੀ ਸਮਝ 'ਚ ਆ ਜਾਏ ਮਹਾਰਾਜ ਦਵੇ, ਫਿਰ ਅਸੀਂ ਵੀ ਧੰਨਭਾਗੇ ਹੋ ਜਾਈਏ। ਸਾਧ ਸੰਗਤ ਜੀਓ, ਗਜਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪ੍ਰਭੂ ਦੀ ਉਸਤਤ ਸਾਵਧਾਨ ਇਕਾਗਰ ਹੋ ਕੇ ਕਰੀਏ, ਇੱਕ ਮਨ ਇੱਕ ਚਿੱਤ ਹੋ ਕੇ ਕਰੀਏ। ਕਈ ਦਫਾ ਆਪਾਂ ਗੁਰਬਾਣੀ ਨੂੰ ਇੱਕ ਪਾਸਾ ਲੈ ਕੇ ਉੱਪਰੋਂ ਵੀ ਨਹੀਂ ਜੀ, ਗੁਰਬਾਣੀ ਤਾਂ ਤੁਰਦਿਆਂ ਫਿਰਦਿਆਂ ਕਹਿੰਦੀ ਹੈ ਵੀ ਕਰੋ, ਸਮਾਧੀ ਲਾ ਕੇ ਬੈਠਣ ਦਾ ਮਤਲਬ ਨਹੀਂ ਹੈ। ਨਹੀਂ ਸਾਧ ਸੰਗਤ ਜੀ, ਐਸੀ ਬਾਤ ਨਹੀਂ ਹੈ। ਪਹਿਲੀਆਂ ਅਵਸਥਾਵਾਂ ਵਿੱਚ ਤਾਂ ਇਕਾਗਰ ਮਨ ਕਰਨ ਖਾਤਰ ਧਿਆਨ ਲਾਉਣ ਦੀ ਲੋੜ ਪੈਂਦੀ ਹੈ। ਉਹ ਬਾਅਦ ਦੀ ਅਵਸਥਾ ਹੈ ਜਿਹੜੀ ਫਿਰ ਤੁਰਦਿਆਂ ਫਿਰਦਿਆਂ ਕਰਨੀ ਹਰ ਵਕਤ ਹੈ, 24 ਘੰਟੇ ਹੈ, 8 ਪਹਿਰ ਕਰਨੀ ਹੈ। ਇਹ ਸਾਨੂੰ ਆਦੇਸ਼ ਹੈ ਗੁਰੂ ਸਾਹਿਬ ਦਾ। ਪਰ ਉਹ ਤੁਰਦਿਆਂ ਫਿਰਦਿਆਂ ਤਦੇ ਹੋਏਗੀ ਜੇ ਅੰਦਰ ਤੋਂ ਪਹਿਲਾਂ ਇੱਕ ਮਨ ਇੱਕ ਚਿੱਤ ਹੋ ਕੇ ਕਰੀਏ। ਸਾਡੀ ਸਾਰੀ ਸੁਰਤ ਇੱਕ ਜਗ੍ਹਾ ਇਕੱਠੀ ਹੋਈ ਹੋਵੇ ਤਾਂ। ਨਹੀਂ ਤਾਂ ਫਿਰ ਉਹ ਸ਼ੇਸ਼ਨਾਗ ਦੀ ਤਰ੍ਹਾਂ ਮਕੈਨੀਕਲ ਟੈਕਨੀਕਲ ਜਾਪ ਰਹਿ ਜਾਂਦਾ, ਉਸੇ ਨੂੰ ਵਾਰ-ਵਾਰ ਰਿਪੀਟ ਕਰਨਾ, ਜਿਹਨੂੰ ਇਹ ਸਾਡੇ ਲੋਕ ਫਿਰ ਪੜ੍ਹੇ ਲਿਖੇ ਲੋਕ ਉਲਟੇ ਅਰਥਾਂ 'ਚ ਲਾਉਣ ਲੱਗ ਪੈਂਦੇ। ਸ਼ਾਇਦ ਇਸੀ ਕਰਕੇ ਕਾਰਨ ਹੋਵੇ ਵੀ ਅੰਦਰ ਬਦਲਿਆ ਨਹੀਂ, ਉੱਪਰੋਂ ਕਿਹਾ ਜਾ ਰਿਹਾ। ਉਹ ਅੰਦਰ ਜਿਹੜਾ ਬਦਲਣਾ, ਉਹ ਇੱਕ ਮਨ ਇੱਕ ਚਿੱਤ ਹੋ ਕੇ ਹੀ ਬਦਲਣਾ ਹੈ। ਸੁਖਮਨੀ ਸਹਿਜ ਗੋਬਿੰਦ ਗੁਣ, ਪਰਮਾਤਮਾ ਦੇ ਗੁਣ ਗਾਉਣੇ, ਇਹੀ ਸੁੱਖਾਂ ਦੀ ਮਣੀ ਹੈ। ਸਹਿਜ ਦੇ ਵਿੱਚ ਗੁਣ ਗਾਉਣੇ। ਸਾਧ ਸੰਗਤ ਜੀਓ, ਸਹਿਜ ਸੁਭਾਅ ਗੁਣ ਗਾਉਣੇ ਹੋਰ ਚੀਜ਼ ਹੈ, ਹਠ ਕਰਕੇ ਗੁਣ ਗਾਉਣੇ ਹੋਰ ਚੀਜ਼ ਹੈ। ਚਲੋ ਪਹਿਲੀਆਂ ਸਟੇਜਾਂ 'ਚ ਕੋਈ ਹਠ ਵੀ ਕਰਦਾ ਹੈ, ਪਰਮਾਤਮਾ ਦੇ ਨਾਂ 'ਤੇ ਏਕੇ ਵਿੱਚ ਏਕਾ ਬਣਨ ਖਾਤਰ ਕਰਦਾ ਹੈ, ਉਹ ਵੀ ਕੋਈ ਬੁਰਾ ਨਹੀਂ ਹੈ, ਚੰਗੀ ਬਾਤ ਹੈ। ਪਰ ਭਾਵਨਾ ਏਕੇ ਦੀ ਹੋਵੇ। ਜੇ ਏਕੇ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਹਠ ਕਰਿਆ ਜਾਂਦਾ, ਉਹ ਗੁਰਬਾਣੀ 'ਚ ਪ੍ਰਵਾਨ ਨਹੀਂ ਹੈ। ਅਗਰ ਏਕਾ ਬਣਨ ਖਾਤਰ ਕਰਿਆ ਜਾਂਦਾ, ਉਹ ਪ੍ਰਵਾਨ ਹੈ। ਸਾਧ ਸੰਗਤ ਜੀਓ, ਗੋਇੰਦਵਾਲ ਸਾਹਿਬ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦਾ ਉਹ ਕਿੱਲਾ ਹੁਣ ਵੀ ਹੈ, ਜਿੱਥੇ ਕਹਿੰਦੇ ਲੋਕ, ਪਹਿਲਾਂ ਤਾਂ ਸਾਡੀ ਰਵਾਇਤ ਚੱਲੀ ਆਉਂਦੀ ਵੀ ਉਹ ਕੇਸਾਂ ਨੂੰ ਬੰਨ੍ਹ ਕੇ ਕਿੱਲੇ ਦੇ ਨਾਲ ਖੜ੍ਹਦੇ ਹੁੰਦੇ ਸੀ। ਭਾਵੇਂ ਸਾਡਾ ਅੱਜ ਕੱਲ੍ਹ ਦਾ ਤਬਕਾ ਇਹ ਗੱਲ ਮੰਨਣ ਨੂੰ ਤਿਆਰ ਵੀ ਨਹੀਂ ਹੈ ਵੀ ਇਹ ਹਠ ਯੋਗ ਹੈ। ਹਠ ਯੋਗ ਦੇ ਪਿੱਛੇ ਵੀ ਭਾਵਨਾ ਇਹੀ ਹੈ ਵੀ ਜੇ ਦੁਆਇਤ ਵਿੱਚ ਕਰਿਆ ਜਾਂਦਾ, ਡੁਐਲਿਟੀ 'ਚ ਕਰਿਆ ਜਾਂਦਾ ਹੈ, ਡਾਈਕੋਟਮੀ 'ਚ ਕਰਿਆ ਜਾਂਦਾ, ਫਿਰ ਉਹ ਬੁਰਾ ਹੈ। ਜੇ ਏਕਾ ਬਣਨ ਖਾਤਰ ਕੋਈ ਕਰ ਰਿਹਾ ਹੈ ਤਾਂ ਉਹਦੇ 'ਚ ਬੁਰਾਈ ਕਿਆ ਹੈ? ਕਰਮ ਧਰਮ ਨੂੰ ਗੁਰਬਾਣੀ ਪਖੰਡ ਫਰਮਾਉਂਦੀ ਹੈ, ਕਰਮ ਧਰਮ ਪਖੰਡ ਜੋ ਦਿਸੈ। ਲੇਕਿਨ ਇਹੀ ਕਰਮ ਧਰਮ ਅਗਰ ਏਕੇ ਦੇ ਤਹਿਤ ਕਰਿਆ ਜਾਂਦਾ, ਫਿਰ ਉਹ ਪਵਿੱਤਰ ਹੈ। ਗੱਲ ਭਾਵਨਾ ਦੀ ਹੈ ਸਾਰੀ। ਉਹ ਭਾਵਨਾ ਨੇਕ ਹੈ, ਏਕੇ ਵਿੱਚ ਹੈ, ਏਕੇ ਵਾਸਤੇ ਹੈ, ਤਾਂ ਉਹ ਕਰਮ ਨੇਕ ਬਣ ਜਾਂਦਾ ਹੈ। ਤਾਂ ਫਿਰ ਖੰਡਨ ਕਰਨ ਲੱਗਿਆਂ ਸਾਨੂੰ ਦੇਰ ਨਹੀਂ ਲੱਗਦੀ ਵੀ ਨਹੀਂ ਜੀ ਨਹੀਂ, ਇਹ ਤਾਂ ਗੁਰਮਤ ਦੇ ਉਲਟ ਗੱਲਾਂ। ਉਹ ਸਾਨੂੰ ਸਮਝ ਹੁੰਦੀ ਨਹੀਂ ਵਿਚਲੀ ਅਸਲੀ ਗੱਲ ਦੀ। ਜੇ ਸਮਝ ਆ ਜਾਏ, ਉਹ ਨਿਊਐਂਸ ਦੀ ਸਮਝ ਆ ਜਾਏ, ਫਿਰ ਇਸ ਤਰ੍ਹਾਂ ਨਹੀਂ ਕਰਦਾ ਬੰਦਾ। ਆਫਟਰ ਆਲ ਜੇ ਇਤਿਹਾਸ ਬਣਿਆ ਤਾਂ ਬਾਤ ਕੋਈ ਜ਼ਰੂਰ ਹੈ। ਬੇਸ਼ੱਕ ਕੁਛ ਅੰਧ ਵਿਸ਼ਵਾਸ 'ਚ ਵੀ ਹੁੰਦੀਆਂ ਗੱਲਾਂ, ਉਹਨਾਂ ਦੀ ਵੀ ਸਮਝ ਆ ਜਾਂਦੀ ਹੈ ਜਦੋਂ ਵਿਚਾਰ ਆਪਾਂ ਗੁਰਮਤ ਦੀ ਕਰਦੇ ਹਾਂ ਵੀ ਇਹ ਗੱਲ ਗੁਰਮਤ ਅਨੁਸਾਰ ਹੈ ਜਾਂ ਨਹੀਂ ਹੈ। ਜਿਵੇਂ ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ ਜੀ ਬਾਰੇ 'ਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਆਪਣੇ ਸੂਰਜ ਪ੍ਰਕਾਸ਼ ਗ੍ਰੰਥ 'ਚ ਬਈ ਉਹਨਾਂ ਨੇ ਆਤਮ ਹੱਤਿਆ ਕਰੀ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣਨ ਤੋਂ ਬਾਅਦ, ਹੀਰੇ ਦੀ ਕਣੀ ਨਾਲ ਭਾਈ ਟੋਡਰ ਮੱਲ ਤੋਂ ਲੈ ਕੇ। ਇਹ ਗੱਲ ਗੁਰਮਤ ਦੇ ਬਿਲਕੁਲ ਉਲਟ ਜਾਂਦੀ ਹੈ। ਗੁਰਮਤ ਵਿੱਚ ਆਤਮ ਹੱਤਿਆ ਪ੍ਰਵਾਨ ਨਹੀਂ ਹੈ। ਹਾਂ, ਕੋਈ ਸ਼ਹੀਦ ਕਰਦਾ ਹੈ, ਉਹ ਪ੍ਰਵਾਨ ਹੈ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਿਆ ਗਿਆ, ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਿਆ ਗਿਆ, ਨੌਵੇਂ ਪਾਤਸ਼ਾਹ ਨੂੰ, ਹੋਰ ਕਿੰਨੇ ਸਿੰਘਾਂ ਨੂੰ ਸ਼ਹੀਦ ਕਰਿਆ ਗਿਆ।
ਉਹ ਸਾਡਾ ਗੁਰਮਤਿ ਦਾ ਫਲਸਫਾ ਹੈ। ਕੋਈ ਆਪਣੇ ਆਪ ਤੋਂ ਆਤਮ ਹੱਤਿਆ ਕਰੇ ਇਹ ਗੱਲ ਪ੍ਰਵਾਨ ਨਹੀਂ ਹੈ, ਕਿਉਂਕਿ ਆਤਮ ਹੱਤਿਆ ਕਰਨਾ ਹੈ, ਇਹ ਸਾਡੀ ਫਲਸਫੇ ਤੋਂ ਬਿਲਕੁਲ ਉਲਟ ਗੱਲ ਹੈ। ਇੱਕ ਜਗ੍ਹਾ ਇਹ ਵੀ ਆਉਂਦਾ ਵੀ ਆਤਮ ਘਾਤੀ ਹੈ ਜਗਤ ਕਸਾਈ। ਉੱਥੇ ਉਹਦਾ ਭਾਵ ਇਹ ਨਹੀਂ ਹੈ ਵੀ ਜਿਹੜਾ ਆਤਮ ਹੱਤਿਆ ਕਰਦਾ, ਉੱਥੇ ਹੋਰ ਚੀਜ਼ ਹੈ। ਉਹ ਜਿਹੜਾ ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਜਿਹੜਾ ਨਿੰਦਕ ਹੈ ਉਹ ਜਗਤ ਪਰ ਵੀ ਕੈਂਚੀ ਫੇਰਦਾ, ਆਪਣਾ ਆਪ ਵੀ ਅੰਦਰ ਤੋਂ ਘਾਤ ਕਰਦਾ। ਉੱਥੇ ਉਹ ਮਤਲਬ ਹੈ ਉਹਦਾ, ਉੱਥੇ ਆਤਮ ਹੱਤਿਆ ਦੀ ਬਾਤ ਨਹੀਂ ਹੈ। ਵੈਸੇ ਗੁਰਮਤਿ ਵਿੱਚ, ਗੁਰੂ ਸਾਹਿਬ ਦੇ ਫਲਸਫੇ ਦੇ ਵਿੱਚ ਆਤਮ ਹੱਤਿਆ ਹੈ ਨਹੀਂ ਬਿਲਕੁਲ ਵੀ, ਜਿਹਨੂੰ ਸੁਈਸਾਈਡ ਕਹਿੰਦੇ ਅੰਗਰੇਜ਼ੀ 'ਚ। ਤੋ ਮਾਤਾ ਗੁਜਰੀ ਜੀ ਦੁਆਰਾ ਸੁਈਸਾਈਡ ਕਰਵਾਉਣਾ ਇਹ ਬਿਲਕੁਲ ਗਲਤ ਗੱਲ ਹੈ ਸਿੱਖ ਇਤਿਹਾਸ ਦੇ ਮੁਤਾਬਕ। ਜਿਹਨੇ ਆਪਣੇ ਪਤੀ ਨੂੰ ਆਪਣੇ ਹੱਥੀਂ ਤੋਰਿਆ ਹੋਵੇ ਸ਼ਹੀਦੀ ਦੇਣ ਖਾਤਰ, ਉਹ ਖੁਦਕਸ਼ੀ ਕਰੇਗੀ, ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਸਿੱਖ ਫਲਸਫੇ ਅਨੁਸਾਰ। ਧੱਕਾ ਦੇ ਕੇ ਗਿਰੇ ਗਏ ਹੋਣਗੇ, ਉੱਪਰੋਂ ਸ਼ਹੀਦ ਹੋਏ ਹੋਣਗੇ ਉਹ, ਇਹ ਵੀ ਜ਼ਿਕਰ ਆਉਂਦਾ ਇਤਿਹਾਸ 'ਚ। ਤੋ ਖੁਦਕਸ਼ੀ ਕਰਨ ਦਾ ਕਿਸੇ ਸਿੱਖ ਦੁਆਰਾ ਇਹ ਠੀਕ ਨਹੀਂ ਲੱਗਦੀ ਗੱਲ। ਤੋ ਸਾਧ ਸੰਗਤ ਜੀਓ, ਸਹਿਜ ਦੇ ਵਿੱਚ ਕਰਨਾ, ਜੋ ਵੀ ਕਰਨਾ ਏਕੇ ਖਾਤਰ ਕਰਨਾ ਹੈ, ਉਹ ਪ੍ਰਵਾਨ ਹੈ। ਜਿਸ ਮਨ ਵਸੈ ਸੋ ਹੋਤ ਨਿਧਾਨ। ਜਿਹਦੇ ਮਨ ਵਿੱਚ ਉਹ ਵਸ ਜਾਂਦਾ ਹੈ, ਉਹਨੂੰ ਉਹ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਕਿਹੜਾ? ਨਾਮ ਵਾਲਾ। ਸਰਬ ਇੱਛਾ ਤਾਂ ਕਿ ਪੂਰਨ ਹੋਏ। ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਾਰੇ ਲੋਕਾਂ ਦੇ ਵਿੱਚ ਉਹ ਪ੍ਰਗਟ ਹੋ ਜਾਂਦਾ, ਪਰਮ ਪ੍ਰਧਾਨ ਪੁਰਖ ਬਣ ਜਾਂਦਾ ਨਾਮ ਵਾਲਾ ਮਹਾਂਪੁਰਸ਼। ਸਭ ਤੇ ਊਂਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ। ਸਭ ਤੇ ਉੱਚਾ ਸਥਾਨ ਉਹਦਾ ਬਣ ਜਾਂਦਾ, ਪਰਮਾਤਮਾ ਨਾਲ ਇੱਕ ਮਿਕਤਾ ਹੋ ਜਾਂਦੀ ਹੈ। ਦੁਬਾਰਾ ਉਹਦੀ 84 ਕੱਟੀ ਜਾਂਦੀ, ਆਉਣਾ ਜਾਣਾ ਹੋ ਜਾਂਦਾ ਬੰਦ। ਹਰ ਤਨ ਖਾਟ ਚੱਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਜਿਹਨੂੰ ਇਹ ਨਾਮ ਵਾਲਾ ਧਨ ਪ੍ਰਾਪਤ ਹੋ ਜਾਂਦਾ ਹੈ, ਹਰੀ ਵਾਲਾ ਧਨ, ਉਹੀ ਜਨ ਇੱਥੋਂ ਖੱਟ ਕੇ ਜਾਂਦਾ। ਬਾਕੀ ਸਭ ਇੱਥੇ ਖੋ ਕੇ ਜਾਂਦੇ, ਘਾਟੇ ਵੀ ਜਾਂਦੇ। ਖੇਮ ਸਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ। ਸਾਰੇ ਖੇਮ ਖੇੜੇ ਖੁਸ਼ੀਆਂ ਸ਼ਾਂਤੀ ਰਿਧੀਆਂ ਸਿੱਧੀਆਂ ਨਵਨਿਧੀਆਂ, ਬੁੱਧੀ ਗਿਆਨ ਸਿੱਧੀਆਂ, ਸਾਰੀਆਂ 18 ਸਿੱਧੀਆਂ ਇਹ ਉਹਨੂੰ ਪ੍ਰਾਪਤ ਹੋ ਜਾਂਦੀਆਂ ਜਿਹਨੂੰ ਨਾਮ ਪ੍ਰਾਪਤ ਹੋ ਜਾਏ। ਬਲਕਿ ਇਹ ਤਾਂ ਉਹਦੇ ਮਗਰ ਮਗਰ ਫਿਰਦੀਆਂ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ। ਜਿਹਨੂੰ ਨਾਮ ਪ੍ਰਾਪਤ ਹੋ ਗਿਆ, ਉਹਦੀ ਵਿਦਿਆ ਉੱਚੀ ਹੋ ਗਈ, ਉਹਦਾ ਤਪ ਸਫਲ ਹੋ ਗਿਆ, ਉਹਦਾ ਜੋਗ ਵੀ ਸਫਲ ਹੋ ਗਿਆ, ਔਰ ਪ੍ਰਭੂ ਦੇ ਧਿਆਨ ਵਿੱਚ ਜਿਹੜਾ ਲੱਗ ਗਿਆ, ਉਹਦਾ ਗਿਆਨ ਵੀ ਸ੍ਰੇਸ਼ਟ, ਉਹਦਾ ਇਸ਼ਨਾਨ ਵੀ ਸ੍ਰੇਸ਼ਟ। ਇਸੇ ਗਿਆਨ ਦੇ ਵਿੱਚ ਹੀ ਇਸ਼ਨਾਨ ਕਰਨਾ। ਚਾਰ ਪਦਾਰਥ ਕਮਲ ਪ੍ਰਗਾਸ। ਉਹਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਆ, ਔਰ ਉਹਦੇ ਅੰਦਰ ਦਾ ਕਮਲ ਖਿੜ ਜਾਂਦਾ ਹੈ। ਜਿਹੜਾ ਊਂਦਾ ਕਮਲ ਹੁੰਦਾ ਉਹ ਸਿੱਧਾ ਹੋ ਕੇ ਖਿੜ ਪੈਂਦਾ। ਸਭ ਕੈ ਮੱਧ ਸਗਲ ਤੇ ਉਦਾਸ। ਉਹ ਸਭ ਦੇ ਵਿੱਚ ਹੈ ਵਾਹਿਗੁਰੂ, ਔਰ ਸਾਰਿਆਂ ਤੇ ਉਦਾਸ ਵੀ ਹੈ, ਸਭ ਤੇ ਦੂਰ ਵੀ ਹੈ। ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਜਿਹਨੂੰ ਨਾਮ ਪ੍ਰਾਪਤ ਹੋ ਜਾਂਦਾ ਉਹ ਸੁੰਦਰ ਚਤੁਰ ਤਤ ਦਾ ਗਿਆਤਾ ਹੋ ਜਾਂਦਾ ਹੈ, ਯਾਨੀ ਰੱਬੀ ਗਿਆਨ ਦਾ, ਬ੍ਰਹਮ ਗਿਆਨ ਦਾ ਉਹ ਗਿਆਤਾ ਹੋ ਜਾਂਦਾ ਹੈ। ਤੋ ਉਹਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ। ਸਮਦਰਸੀ ਵੀ ਹੋ ਜਾਂਦਾ ਹੈ, ਉਹਦੀ ਦ੍ਰਿਸ਼ਟੀ ਵੀ ਸਮ ਹੋ ਜਾਂਦੀ ਹੈ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਭਜਨ ਮਨ ਸੁਨੇ। ਇਹ ਜਿਹੜੇ ਉੱਪਰ ਦੱਸੇ ਹੋਏ ਸਾਰੇ ਫਲ ਹੈ, ਸਾਰੀਆਂ ਵਿਦਿਆ, ਸਾਰੇ ਤਪ, ਸਾਰੇ ਧਿਆਨ, ਸਾਰੇ ਯੋਗ, ਸਾਰਾ ਗਿਆਨ, ਸਾਰਾ ਇਸ਼ਨਾਨ, ਇਹ ਕਿਹਨੂੰ ਫਲ ਮਿਲਦੇ ਆ? ਜਿਹੜਾ ਰੱਬ ਦਾ ਨਾਮ ਦਾ ਜਾਪ ਕਰਦਾ, ਜਿਹਨੂੰ ਅੰਦਰ ਤੋਂ ਨਾਮ ਪ੍ਰਾਪਤ ਹੋ ਗਿਆ। ਗੁਰੂ ਨਾਨਕ ਨਾਮ ਵਚਨ ਮਨ ਸੁਨੇ। ਜਿਹਨੇ ਇਹ ਵਚਨ ਮਨ ਤੋਂ ਸੁਣ ਲਏ। ਇਹ ਨਿਧਾਨ ਜਪੈ ਮਨ ਕੋਏ। ਇਹ ਖਜ਼ਾਨਾ ਰੱਬੀ ਨਾਮ ਰੂਪ ਕੋਈ ਜਨ ਜਪਦਾ ਮਨ ਵਿੱਚ। ਸਭ ਯੁੱਗ ਮੈਂ ਤਾਂ ਕੀ ਗਤ ਹੋਏ। ਸਾਰੇ ਯੁੱਗਾਂ 'ਚ ਉਹਦੀ ਗਤ ਹੀ ਹੁੰਦੀ ਹੈ। ਪ੍ਰਹਲਾਦ ਕਿੰਨਾ ਚਿਰ ਹੋ ਲਿਆ ਹੋਏ ਨੂੰ, ਸਾਹਿਬਜ਼ਾਦਿਆਂ ਨੂੰ 300-400 ਸਾਲ ਹੋ ਲਿਆ। ਕਿੰਨੀ ਵਡਿਆਈ ਹੋ ਰਹੀ ਹੈ, ਕਿੰਨੇ ਲੋਕ ਨਤਮਸਤਕ ਰੋਜ਼ ਸੰਗਤ ਹੁੰਦੀ ਹੈ, ਔਰ ਰਹਿੰਦੀ ਦੁਨੀਆ ਤੱਕ ਹੁੰਦੀ ਜਾਣਾ।
ਇਹਨੇ ਵਧਣਾ ਹੈ, ਘਟਣਾ ਨਹੀਂ ਹੈ। ਸਾਰੇ ਯੁੱਗਾਂ ਦੇ ਵਿੱਚ ਵਡਿਆਈ ਹੁੰਦੀ ਹੈ ਉਹਦੀ। ਜਿਹੜੀ ਮਾਇਓਪਿਕ ਬੁੱਧੀ ਹੁੰਦੀ ਹੈ ਉਹਨੂੰ ਲੱਗਦਾ ਹੁੰਦਾ ਵੀ ਲੈ ਜੀ ਕਿਆ ਗੱਲ ਹੈ, ਕਾਹਨੂੰ ਸਰੀਰ ਦੇਣਾ ਸੀ। ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਆਪਾਂ ਕਰਦੇ ਹਾਂ, ਪੁੱਠੀਆਂ ਵਿਚਾਰਾਂ। ਜਿਹੜੀ ਵਿਚਾਰ ਹੈ ਗੁਰਮਤਿ ਦੀ ਉਹ ਨਹੀਂ ਕਰਦੇ, ਦੁਨੀਆਦਾਰੀ ਵਾਲੀ ਵਿਚਾਰ ਕਰਦੇ। ਐਸੇ ਤਰੀਕੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ 'ਚ ਵੀ ਲੋਕ ਐਕਣ ਕਰਦੇ ਆ, ਕਈ ਲੋਕ ਸਿੱਖ ਲੋਕ ਵੀ ਕਰਦੇ ਆ, ਦੁਨੀਆਦਾਰੀ ਵਾਲੀਆਂ ਗੱਲਾਂ ਕਰਦੇ ਆ। ਜਿਹੜਾ ਮਹਾਂਪੁਰਸ਼ ਹੁੰਦਾ ਉਹ ਸ਼ਹੀਦੀ ਤੋਂ ਡਰਿਆ ਨਹੀਂ ਕਰਦਾ, ਨਾ ਜੱਕਦਾ ਹੁੰਦਾ। ਉਹਨੇ ਇੱਕ ਕੌਜ਼ ਖਾਤਰ, ਸੱਚ ਖਾਤਰ ਸ਼ਹੀਦੀ ਦੇਣੀ ਹੁੰਦੀ ਹੈ। ਲੋਕਾਂ ਦੀਆਂ ਗੱਲਾਂ ਹੁੰਦੀਆਂ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਪਰਮਾਤਮਾ ਦੇ ਗੁਣ, ਨਾਮ, ਨਾਮ ਦੀ ਧੁਨ ਅੰਦਰ ਤੋਂ ਜਪਣਾ, ਸਿਮਰਤ ਸ਼ਾਸਤਰ ਵੇਦ ਵਖਾਣੀ। ਦੇਖੋ ਹੁਣ ਇੱਥੇ ਇੱਕ ਫੇਰ ਨੁਕਤਾ ਛੁਪਿਆ। ਸਾਧ ਸੰਗਤ ਜੀਓ, ਜੇ ਦਾ ਮਤਲਬ ਇਹ ਹੋਏ ਬਈ ਸ਼ਾਸਤਰਾਂ, ਸਿਮਰਤੀਆਂ ਔਰ ਵੇਦਾਂ ਨੇ ਇਹ ਗੱਲ ਵਿਖਾਣੀ ਗਈ ਹੈ, ਤਾਂ ਸ਼ਾਸਤਰ ਦੇ ਪਿੱਛੇ ਜਿਹੜਾ ਤੱਤਾ ਰਾਰਾ ਪੈਰ 'ਚ, ਉੱਥੇ ਵੀ ਸਿਆਰੀ ਚਾਹੀਦੀ ਤੀ, ਵੇਦ ਦੇ ਦੱਦੇ ਨੂੰ ਵੀ ਸਿਆਰੀ ਚਾਹੀਦੀ ਹੈ। ਫਿਰ ਇਹ ਗੱਲ ਬਣਦੀ ਹੈ ਵੀ ਵੇਦਾਂ ਦੁਆਰਾ ਜਾਂ ਸ਼ਾਸਤਰਾਂ ਦੁਆਰਾ, ਪਰ ਉਹ ਗੱਲ ਇੱਥੇ ਨਹੀਂ ਹੈ। ਤੋ ਇਹਦਾ ਭਾਵ ਕਿਆ ਬਣਿਆ ਫਿਰ? ਜਿਹਨੇ ਪ੍ਰਮਾਤਮਾ ਦੇ ਗੁਣ ਗਾਏ, ਨਾਮ ਧੁਨ ਉਹਦੇ ਅੰਦਰ ਚੱਲ ਪਈ, ਸਮਝ ਲਓ ਉਹਨੇ ਸਾਰੀਆਂ ਸਿਮਰਤੀਆਂ, ਸਾਰੇ ਹੀ ਸ਼ਾਸਤਰ, ਸਾਰੇ ਹੀ ਵੇਦ ਵਿਖਾਣ ਦਿੱਤੇ। ਉਹਨਾਂ ਦਾ ਨਿਚੋੜ ਉਹਦੇ ਅੰਦਰ ਆ ਗਿਆ। ਹਾਲਾਂਕਿ ਸਿਮਰਤੀਆਂ ਦੇ ਵਿੱਚ ਕੋਈ ਨਾਮ ਦੀ ਬਾਤ ਨਹੀਂ ਹੈ। ਵੇਦਾਂ ਵਿੱਚ ਪਿਛਲਾ ਭਾਗ ਹੈ ਜਿਹੜਾ ਉਪਨਿਸ਼ਦ, ਉਹਦੇ ਵਿੱਚ ਹੈ, ਬਾਕੀ ਚਾਰਾਂ ਵੇਦਾਂ 'ਚ ਨਹੀਂ ਹੈ। ਉਹਦੇ 'ਚ ਕਥਾ ਕਹਾਣੀਆਂ ਹੈ, ਔਰ ਕਥਾ ਕਹਾਣੀ ਵੇਦੀ ਆਣੀ, ਔਰ ਉਹਦੇ 'ਚ ਦੇਵੀ ਦੇਵਤਿਆਂ ਦੀ, ਕੁਦਰਤ ਦੀ, ਸੱਪ ਦੀ, ਬੋਹੜ ਦੀ, ਇਸ ਤਰ੍ਹਾਂ ਦੀਆਂ ਪੂਜਾ ਹੈ। ਪਰਮਾਤਮਾ ਦਾ ਜ਼ਿਕਰ ਸਾਰੇ ਰਿਗਵੇਦ ਵਿੱਚ ਇੱਕ ਵਾਰੀ ਆਉਂਦਾ ਹੈ, ਬਾਕੀ ਸਭ ਦੇਵੀ ਦੇਵਤਿਆਂ ਦੀ ਪੂਜਾ ਦਾ ਵਿਧਾਨ ਹੈ। ਤੋ ਇਹ ਗੱਲ ਨਹੀਂ ਹੈ ਕਿ ਇਹਨਾਂ ਸ਼ਾਸਤਰਾਂ ਵਿੱਚ ਨਾਮ ਹੈ, ਕੁਛ ਹੱਦ ਤੱਕ ਹੈ ਉਪਨਿਸ਼ਦਾਂ ਵਿੱਚ, ਲੇਕਿਨ ਇੱਥੇ ਇਹਦਾ ਭਾਵ ਇਹ ਬਣਦਾ ਵੀ ਜਿਹਦੇ ਅੰਦਰ ਨਾਮ ਧੁਨ ਬਾਣੀ ਚੱਲ ਪਈ, ਉਹਨੇ ਇਹ ਸਾਰੇ ਸਿਮਰਤੀਆਂ, ਵੇਦ ਸ਼ਾਸਤਰ ਵਿਖਾਣ ਦਿੱਤੇ। ਉਹਦਾ ਤੱਤ ਨਿਚੋੜ ਉਹਦੇ ਅੰਦਰ ਆ ਗਿਆ। ਸਗਲ ਮਤਾਂਤ ਕੇਵਲ ਹਰ ਨਾਮ। ਸਾਰੇ ਮਤ ਦੁਨੀਆ ਦੇ ਵਿੱਚ ਜਿੰਨੇ ਵੀ ਹੈ ਉਹ ਨਾਮ ਦੇ ਵਿੱਚ ਆ ਜਾਂਦੇ। ਸਭ ਦਾ ਨਿਚੋੜ ਨਾਮ ਹੈ। ਨਾਮ ਤੋਂ ਬਿਨਾਂ ਕੋਈ ਚੀਜ਼ ਬਾਕੀ ਹੈ ਹੀ ਨਹੀਂ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਤੋ ਦੁਨੀਆ ਦੇ ਜਿੰਨੇ ਵੀ ਮਤ ਹੈ, ਸਾਰਿਆਂ ਦਾ ਨਿਚੋੜ ਨਾਮ ਹੈ। ਨਾਮ ਪਰ ਆ ਕੇ ਹੀ ਬਾਤ ਮੁੱਕਦੀ ਹੈ। ਨਾਮ ਤੋਂ ਹੀ ਸ਼ੁਰੂ ਹੁੰਦੀ ਹੈ, ਏਕੇ ਤੋਂ, ਤੇ ਏਕੇ ਦੇ ਉੱਪਰ ਹੀ ਆ ਕੇ ਖਤਮ ਹੁੰਦੀ ਹੈ, ਨਾਮ ਤੇ ਹੀ। ਸਾਧ ਸੰਗਤ ਜੀਓ, ਗੋਬਿੰਦ ਭਗਤ ਕੈ ਮਨ ਵਿਸਰਾਮ। ਫਿਰ ਇਹੀ ਜਿਹੜਾ ਸਾਰਿਆਂ ਮਤਾਂ ਦਾ, ਸਾਰਿਆਂ ਮਤਾਂ ਦਾ ਨਿਚੋੜ ਨਾਮ ਹੈ, ਗੋਬਿੰਦ ਦੇ ਭਗਤਾਂ ਦੇ ਵਿੱਚ ਵੀ ਉਸੇ ਦਾ ਆਸਰਾ ਹੁੰਦਾ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਜਿਹੜੇ ਨਾਮ ਨਾਲ ਸਾਰੇ ਭਗਤਾਂ ਦਾ ਉਧਾਰ ਹੁੰਦਾ, ਉਹ ਟੇਕ ਬਣਦੀ ਹੈ ਉਹਨਾਂ ਦੀ, ਉਹੀ ਨਾਮ ਭੱਟ ਜੀ ਫਰਮਾਉਂਦੇ ਆ, ਗੁਰੂ ਅਮਰਦਾਸ ਜੀ ਦੇ ਅੰਦਰ ਵੀ ਫੁੱਟ ਪਿਆ ਚਸ਼ਮੇ ਦੀ ਤਰ੍ਹਾਂ। ਕੋਟ ਅਪਰਾਧ ਸਾਧ ਸੰਗ ਮਿਟੈ। ਸਾਧੂ ਦੀ ਸੰਗਤ ਵਿੱਚ ਕਰੋੜਾਂ ਹੀ ਅਪਰਾਧ ਮਿਟ ਜਾਂਦੇ। ਜਿਵੇਂ ਇੱਕ ਸੀਖਾਂ ਦੀ ਡੱਬੀ, ਤੀਲਾਂ ਦੀ ਡੱਬੀ, ਉਹਦੇ 'ਚੋਂ ਇੱਕ ਸੀਖ ਸਾਰੇ ਜੰਗਲ ਨੂੰ ਰਾਖ ਕਰਕੇ ਰੱਖ ਦਿੰਦੀ ਹੈ, ਬਿਲਕੁਲ ਇਸੇ ਤਰ੍ਹਾਂ ਸੰਤ ਕਿਰਪਾ ਤੇ ਜਮ ਤੇ ਛੁੱਟੈ। ਸੰਤ ਦੀ ਕਿਰਪਾ ਹੋ ਜੇ ਤਾਂ ਫਿਰ ਸਾਡਾ ਜਮਾਂ ਤੋਂ ਛੁਟਕਾਰਾ ਹੋ ਜਾਂਦਾ। ਜਮ ਸਾਡੇ ਕੋਲ ਨਹੀਂ ਆ ਸਕਦੇ, ਧਰਮਰਾਜ ਵੀ ਨਹੀਂ ਕੋਲ ਆ ਸਕਦਾ, ਦੇਖ ਵੀ ਨਹੀਂ ਸਕਦਾ। ਹਾਂ, ਬੇਨਤੀ ਕਰ ਸਕਦਾ ਵੀ ਮਹਾਰਾਜ ਕੋਈ ਸੇਵਾ ਦੱਸੋ, ਲੇਕਿਨ ਆਪਣੀ ਪੱਤਰੀ 'ਚ ਨਹੀਂ ਕੁਛ ਵੀ ਲਿਖ ਸਕਦਾ ਉਹਦੇ ਬਾਰੇ 'ਚ, ਜਿਹਦੇ ਅੰਦਰ ਨਾਮ ਚੱਲ ਪਿਆ। ਇੰਨੀ ਵਡਿਆਈ ਹੈ ਨਾਮ ਜਪਣ ਵਾਲੇ ਮਹਾਂਪੁਰਸ਼ ਦੀ। ਜਾਂ ਕੈ ਮਸਤਕ ਕਰਮ ਪ੍ਰਭ ਪਾਏ। ਜਿਹਦੇ ਮਸਤਕ ਦੇ ਉੱਤੇ ਲੇਖ ਪਾ ਦਿੱਤਾ ਪਰਮਾਤਮਾ ਨੇ, ਉਹਦੇ ਭਾਗ ਜਾਗ ਪਏ। ਸਾਧ ਸਰਣ ਨਾਨਕ ਤੇ ਆਏ। ਉਹੀ ਸਾਧੂ ਦੀ ਸ਼ਰਨ ਵਿੱਚ ਆਉਂਦਾ, ਉਹੀ ਸੰਗਤ ਕਰਦਾ, ਦੂਜਾ ਨਹੀਂ ਕਰਦਾ। ਦੂਜਾ ਤਾਂ ਹੋਰ ਗੱਲਾਂ ਕਰਦਾ ਦੁਨੀਆਦਾਰੀ ਵਾਲੀਆਂ। ਸਾਧ ਸੰਗਤ ਜੋ ਇੱਕ ਗੁਰਮਤਿ ਦਾ ਅਸੂਲ ਹੈ ਬਈ ਮਾਇਆ ਨੂੰ ਇਸਤਰੀ ਸਮਝਿਆ ਜਾਂਦਾ। ਜੇ ਆਪਾਂ ਇਸਤਰੀ ਹੋ ਕੇ ਇਸਤਰੀ ਨੂੰ ਛੱਡੀਏ, ਪਰਮਾਤਮਾ ਦੀ ਪੂਜਾ ਦਾ ਵਿਧਾਨ ਹੈ, ਪਰਮਾਤਮਾ ਦੀ ਨਾਮ ਜਪੀਏ ਪਰਮਾਤਮਾ ਦਾ, ਫਿਰ ਸਾਨੂੰ ਇਸਤਰੀ ਨੂੰ ਤੰਗ ਨਹੀਂ ਕਰ ਸਕਦੀ। ਇਸੀ ਕਰਕੇ ਸ਼ਾਇਦ ਗੁਰੂ ਮਹਾਰਾਜ ਨੇ ਔਰ ਭਗਤ ਸਾਹਿਬਾਨਾਂ ਨੂੰ ਆਪਣੇ ਆਪ ਨੂੰ ਪਰਮਾਤਮਾ ਦੀ ਇਸਤਰੀ ਕਰਕੇ ਸੰਬੋਧਨ ਕਰਿਆ ਸਾਰੀ ਬਾਣੀ 'ਚ।
ਦਿੱਲੀ ਤੋਂ ਇੱਕ ਵਾਰੀ ਇੱਕ ਬੁੱਧ ਧਰਮ ਦੇ ਬਹੁਤ ਬੜੇ ਵਿਦਵਾਨ ਨਾਲ ਵਿਚਾਰ ਹੁੰਦੀ ਰਹੀ ਸੀ 2-3 ਮਹੀਨੇ। ਉਹਨਾਂ ਨੇ ਇਹ ਗੱਲ ਪੁੱਛੀ ਸੀ ਬਈ ਡਾਕਟਰ ਸਾਹਿਬ ਜੀ, ਇਹ ਜਿਹੜੀ ਸਿੱਖੀ ਦਾ ਜਿਹੜਾ ਬਾਹਰਲਾ ਚੱਲਣ ਹੈ ਇਹ ਤਾਂ ਮੈਸਕੂਲਿਨ ਹੈ, ਮਤਲਬ ਜੈਂਡਰ ਦੇ ਤੌਰ 'ਤੇ, ਬਈ ਜਿਵੇਂ ਮੁੱਛਾਂ ਰੱਖਣੀਆਂ, ਦਾੜਾ ਸਜਾਉਣਾ, ਕੇਸ ਰੱਖਣੇ, ਸ਼ਾਸਤਰ ਰੱਖਣਾ, ਸ੍ਰੀ ਸਾਹਿਬ ਪਾਉਣੀ, ਵੀ ਇਹ ਮੈਸਕੂਲਿਨ ਹੈ। ਵੀ ਬਾਣੀ 'ਚ ਸਾਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਫੈਮੀਨਿਨ ਕਰਕੇ ਇਹਨੂੰ ਪੇਸ਼ ਕਰਿਆ। ਬਿਲਕੁਲ ਸਹੀ ਗੱਲ ਹੈ। ਮੈਂ ਕਿਹਾ ਭਾਈ, ਗੁਰੂ ਨਾਨਕ ਸਾਹਿਬ ਨੇ ਵੀ, ਬਾਕੀ ਸਭ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਆਪਣੇ ਆਪ ਨੂੰ ਪਰਮਾਤਮਾ ਦੀ ਇਸਤਰੀ ਕਿਹਾ। ਇਸਤਰੀ, ਮਾਇਆ ਇਸਤਰੀ ਜਿਹੜੀ ਹੈਗੀ, ਜਿਹੜੀ ਇੰਨੀ ਪ੍ਰਬਲ ਹੈ, ਸਭ ਨੂੰ ਡਲਾਉਂਦੀ ਹੈ, ਮੋਹਿਤ ਕਰਦੀ ਹੈ। ਜੇ ਅਸੀਂ ਖੁਦ ਉਹਨੂੰ ਇਸਤਰੀ, ਆਪਣੇ ਆਪ ਨੂੰ ਇਸਤਰੀ ਸਮਝ ਲਈਏ ਤਾਂ ਉਹ ਸਾਨੂੰ ਤੰਗ ਨਹੀਂ ਕਰੂਗੀ, ਕਿਉਂਕਿ ਆਪੋਜਿਟ ਦੀ ਖਿੱਚ ਹੁੰਦੀ ਹੈ, ਕਸ਼ਿਸ਼ ਹੁੰਦੀ ਹੈ। ਇਸਤਰੀ ਨੂੰ ਇਸਤਰੀ ਦੀ ਖਿੱਚ ਨਹੀਂ ਹੁੰਦੀ, ਪੁਰਸ਼ ਦੀ ਖਿੱਚ ਹੁੰਦੀ ਹੈ। ਜੇ ਆਪਾਂ ਆਪਣੇ ਆਪ ਨੂੰ ਇਸਤਰੀ ਮੰਨ ਲਈਏ ਤਾਂ ਫਿਰ ਮਾਇਆ ਦੀ ਖਿੱਚ ਸਾਨੂੰ ਨਹੀਂ ਪਏਗੀ। ਇਹ ਵੀ ਇੱਕ ਖਿਆਲ ਹੈ। ਜਿਸ ਮਨ ਸੁਨੈ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਹੜੇ ਮਨ ਵਿੱਚ ਬਸ ਗਿਆ, ਉਹਨੇ ਸੁਣ ਲਿਆ ਪ੍ਰੀਤ ਲਾ ਕੇ, ਉਸੇ ਜਨ ਨੂੰ ਹਰੀ ਪ੍ਰਭੂ ਚਿੱਤ ਆਉਂਦਾ ਹੈ, ਦੂਜੇ ਨੂੰ ਨਹੀਂ ਆਉਂਦਾ। ਜਨਮ ਮਰਨ ਤਾਂ ਕਾ ਦੁੱਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ। ਉਹਦੀ 84 ਉਹਦਾ ਦੁੱਖ ਸਭ ਕੱਢ ਦਿੰਦਾ। ਔਰ ਇਹ ਜਿਹੜੀ ਦੁਰਲਭ ਦੇ ਮਨੁੱਖਾ ਸਰੀਰ ਪਾਇਆ ਹੋਇਆ ਆਪਾਂ ਨੇ, ਇਹਦਾ ਤਤਕਾਲ ਇੱਕਦਮ ਉਧਾਰ ਕਰ ਦਿੰਦਾ। ਆਪਣਾ ਗੰਨਕਾਂ ਦਾ ਔਰ ਹੋਰ ਕਿੰਨੇ ਐਸੇ ਹੋਏ, ਬੱਧਕ ਹੋਇਆ, ਇਹਨਾਂ ਦਾ, ਵਾਲਮੀਕ ਜੀ ਦਾ ਉਧਾਰ ਹੋਇਆ ਨਹੀਂ, ਇੱਕ ਛਿਣ ਦੇ ਵਿੱਚ ਕਰ ਦਿੱਤਾ। ਸਾਰੀ ਉਮਰ ਭਾਵੇਂ ਕੁਕਰਮਾਂ 'ਚ ਗੁਜ਼ਰੀ, ਲੇਕਿਨ ਜ਼ਿਕਰ ਆਉਂਦਾ ਗੁਰਬਾਣੀ 'ਚ ਬਾਰ-ਬਾਰ, ਉਹਨਾਂ ਦੀ ਵਡਿਆਈ ਆਉਂਦੀ ਹੈ ਵੀ ਇੱਕ ਛਿਣ ਦੇ ਵਿੱਚ ਉਹਨਾਂ ਦਾ ਆਧਾਰ ਹੋ ਗਿਆ। ਅਜਾਮਲ ਦਾ, ਪਾਪੀ ਜੱਗ ਜਾਣੈ, ਸਾਰੀ ਦੁਨੀਆ ਜਾਣਦੀ ਸੀ ਵੀ ਪਾਪੀ ਹੈ, ਉਹਦਾ ਵੀ ਆਧਾਰ ਹੋ ਗਿਆ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਉਸ ਮਹਾਂਪੁਰਸ਼ ਦੀ ਸੋਭਾ ਵੀ ਨਿਰਮਲ, ਜਿਹਨੂੰ ਆਭਾ ਕਹਿੰਦੇ, ਉਹਦੀ ਆਭਾ ਵੀ ਬਹੁਤ ਦੂਰ ਤੱਕ ਹੁੰਦੀ ਹੈ, ਔਰ ਉਹਦੀ ਬਾਣੀ ਵੀ ਨਿਰਮਲ, ਅੰਮ੍ਰਿਤ ਵਰਗੀ ਮਿੱਠੀ। ਏਕ ਨਾਮ ਮਨ ਮਾਹੇ ਸਮਾਨੀ, ਕਿਉਂਕਿ ਉਹਦੇ ਅੰਦਰ ਇੱਕ ਨਾਮ ਦਾ ਵਸੇਬਾ ਹੁੰਦਾ ਹੈ। ਦੁੱਖ ਰੋਗ ਬਿਨਸੇ ਭੈ ਭਰਮ, ਦੁੱਖ ਰੋਗ ਭੈ ਭਰਮ ਸਭ ਉਹਦੇ ਬਿਨਸ ਜਾਂਦੇ। ਜਿੱਥੇ ਨਾਮ ਪ੍ਰਗਟ ਹੋ ਗਿਆ ਉੱਥੇ ਭਰਮ ਰਹਿ ਹੀ ਨਹੀਂ ਸਕਦੇ। ਭਰਮਾਂ ਦਾ ਨਾਸ਼ ਹੋ ਕੇ ਹੀ ਨਾਮ ਨੇ ਅੰਦਰ ਪ੍ਰਵੇਸ਼ ਕਰਨਾ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਉਹ ਜਿਹੜਾ ਸਾਧੂ ਹੁੰਦਾ ਹੈ, ਉਹਦੇ ਜਿਹੜੇ ਕਰਮ ਹੈ ਉਹ ਵੀ ਨਿਰਮਲ ਹੋ ਜਾਂਦੇ ਆ। ਇਸੇ ਕਰਕੇ ਉਹਨੂੰ ਸਾਧੂ ਕਿਹਾ ਜਾਂਦਾ। ਹੁਣ ਦੇਖੋ ਸਾਧ ਸੰਗਤ ਜੀ, ਉਹ ਜਿਹੜਾ ਇਹ ਨਿਰਮਲ ਕਰਮਾਂ ਦੀ ਬਾਤ ਉਰੇ ਆ ਰਹੀ ਹੈ, ਇਹਦੇ ਵਿੱਚ ਆਉਂਦਾ ਵੀ ਉਹਦਾ ਬੋਲਣਾ, ਚੱਲਣਾ, ਵਿਹਾਰ ਹਮੇਸ਼ਾ ਸੱਚਾ ਹੋਊ, ਕਿਸੇ ਨਾਲ ਠੱਗੀ ਨਹੀਂ ਕਰੂ, ਸਾਰਿਆਂ ਨੂੰ ਪ੍ਰੇਮ ਦੇ ਨਾਲ ਵਰਤਾਓ ਕਰੂ, ਕਿਸੇ ਨੂੰ ਛੋਟਾ ਨਹੀਂ ਸਮਝੂਗਾ, ਆਪਣੇ ਬਰਾਬਰ ਦੇ ਸਮਝੂਗਾ। ਗੁਰੂ ਸਾਹਿਬ ਸਿੱਖਾਂ ਨੂੰ ਭਾਈ ਕਹਿੰਦੇ ਆ, ਚੇਲਾ ਨਹੀਂ ਕਹਿੰਦੇ ਕਦੇ ਵੀ। ਇਸ ਕਰਕੇ ਉਹ ਜਿਹੜੇ ਕਰਮ ਹੈ ਉਹਦੇ ਨਿਰਮਲ ਹੋ ਜਾਂਦੇ, ਉਹਦਾ ਵਿਹਾਰ ਜੋ ਵੀ ਉਹ ਕਰਮ ਕਰਦਾ ਉਹ ਵੀ ਉਹਦਾ ਨਿਰਮਲ ਹੋ ਜਾਊਗਾ। ਹਾਲਾਂਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਥੇ ਨਿਰਮਲ ਕਰਮ ਮੰਮੇ ਨੂੰ ਔਂਕੜ ਕਰਕੇ ਇੱਕੋ ਹੀ ਕਰਮ ਦੀ ਬਾਤ ਆ ਰਹੀ ਹੈ, ਨਾਮ ਦੀ। ਹਰੀ ਦਾ ਨਾਮ ਜਪਣਾ ਉਹ ਹੀ ਨਿਰਮਲ ਕਰਮ ਹੈ, ਉੱਥੇ ਉਹ ਅਰਥ ਹੈ। ਲੇਕਿਨ ਇੱਥੇ ਅਰਥ ਇਹ ਹੈ ਵੀ ਜਿਹੜੇ ਉਹ ਕਰਮ ਕਰਦਾ ਹੈ, ਦੇਹ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਜਿਹੜੇ ਸ਼ੁਭ ਕਰਮ ਕਰਨੇ ਹੈ ਉਹਨਾਂ 'ਤੇ ਕਦੇ ਨਹੀਂ ਡਰਨਾ। ਮੈਨੂੰ ਇਹ ਵਾਹਿਗੁਰੂ ਜੀ ਉਹ ਸਮਰੱਥਾ ਦਿਓ, ਉਹ ਸ਼ਬਦ ਇੱਥੇ ਹੈ। ਤਾਂ ਕਿ ਨਿਰਮਲ ਕਰਮ, ਕਰਮ ਬਹੁਤੇ ਹੈ, ਮੰਮਾ ਮੁਕਤਾ ਹੈ। ਸਭ ਤੇ ਊਂਚ ਤਾਂ ਕੀ ਸੋਭਾ ਬਣੀ, ਸਭ ਤੇ ਉੱਚੀ ਉਹਦੀ ਸੋਭਾ ਬਣ ਜਾਂਦੀ ਹੈ ਜਿਹਦੇ ਅੰਦਰ ਨਾਮ ਚੱਲਦਾ ਹੈ। ਨਾਨਕ ਇਹ ਗੁਣ ਨਾਮ ਸੁਖ ਮਨੀ। ਗੁਣ ਦੇ ਨਾਣੇ ਨੂੰ ਸਿਆਰੀ ਲੱਗੀ ਹੈ। ਪਾਤਸ਼ਾਹ ਪੰਚਮ ਫਰਮਾਉਂਦੇ ਆ ਵੀ ਇਹਨਾਂ ਗੁਣਾਂ ਕਰਕੇ ਇਹਦਾ ਨਾਮ ਸੁਖਮਨੀ ਰੱਖਿਆ ਹੋਇਆ, ਕਿਉਂਕਿ ਇਹ ਸੁੱਖਾਂ ਦੀ ਮਣੀ ਹੈ। ਇਸ ਨਾਮ ਦੇ ਜਪਣ ਕਰਕੇ ਸਾਰੇ ਦੁਨੀਆ ਦੇ ਸੁੱਖ ਪ੍ਰਾਪਤ ਹੋ ਜਾਂਦੇ। ਲੋਕ ਕੋਈ ਹੋਰ ਮਣੀਆਂ ਨੂੰ, ਸੱਪ ਦੇ ਸਿਰ 'ਚੋਂ ਨਿਕਲੀ ਹੋਈ ਮਣੀ ਨੂੰ ਧਿਆਉਂਦਾ ਸੀ, ਉਹਨੂੰ ਪ੍ਰਾਪਤ ਕਰਨ ਦੇ ਯਤਨ ਕਰਦਾ ਸੀ। ਲੇਕਿਨ ਗੁਰੂ ਸਾਹਿਬ ਨੇ ਇਹ ਮਣੀ ਸੁੱਖਾਂ ਦੀ ਨਾਮ ਨੂੰ ਦੱਸਿਆ ਹੈ। ਉਹ ਨਾਮ ਦੀ ਉਹ ਵਿਆਖਿਆ ਸਾਰੇ ਸੁਖਮਨੀ ਸਾਹਿਬ ਦੇ ਵਿੱਚ। ਇਸੇ ਕਰਕੇ ਇਹਨਾਂ ਗੁਣਾਂ ਕਰਕੇ ਹੀ ਇਹ ਸੁਖਮਨੀ ਹੈ, ਸਾਰਿਆਂ ਸੁੱਖਾਂ ਦੀ ਮਣੀ। ਤੋ ਸਾਧ ਸੰਗਤ ਜੀ, ਅੱਜ ਦੀ ਵਿਚਾਰਤਾ ਇੱਥੇ ਹੀ ਸਮਾਪਤ ਹੈ।
ਗੁਰੂ ਸਾਹਿਬ ਨੇ ਕਿਰਪਾ ਕਰੀ ਹੈ, ਕੁਛ ਨਾ ਕੁਛ ਗੁਰਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰੀ ਹੈ। ਕਿੰਨੀ ਹੋਈ ਹੈ ਇਹ ਤਾਂ ਗੁਰੂ ਮਹਾਰਾਜ ਜਾਣਦਾ, ਕਿਉਂਕਿ ਪੂਰਾ ਤਾਂ ਬੰਦਾ ਕਰ ਨਹੀਂ ਸਕਦਾ ਕਦੇ ਵੀ। ਜਿੰਨੀ ਕੁ ਵੀ ਹੈ, ਉਮੀਦ ਹੈ ਆਪ ਜੀ ਨੂੰ ਅੱਛੀ ਲੱਗੀ ਹੋਏਗੀ, ਭਾਏਗੀ। ਥੋੜ੍ਹੀ ਜਿਹੀ ਵਿਚਾਰ ਸਾਧ ਸੰਗਤ ਜੀ ਕਰਕੇ ਫਿਰ ਵਿਦਾਈ ਲਵਾਂਗੇ ਆਪ ਤੋਂ। ਇਹ ਜਿਹੜੀ 108 ਦੀ ਬਾਤ ਆਉਂਦੀ ਹੈ, ਹਿੰਦੂ ਜਗਤ ਵਿੱਚ ਇਹਦਾ ਵਿਸ਼ੇਸ਼ ਮਹੱਤਵ ਹੈ। ਫਲਾਣਾ ਸਿੰਘ ਮਹੰਤ 108, ਇਹ 108 ਦੀ ਇੱਕ ਵਿਸ਼ੇਸ਼ ਰੁਤਬਾ ਹੈ ਉਹਨਾਂ ਦਾ। ਇਹਦੀ ਜੇ ਆਪਾਂ ਇਹਨੂੰ ਵਿਚਾਰੀਏ, ਗੁਰਮਤਿ ਦੀ ਧਾਰਨਾ ਹੋਰ ਹੈ, ਪਹਿਲਾਂ ਆਪਾਂ ਹਿੰਦੂ ਧਰਮ ਦੀ ਇਹਦੀ ਕਿਆ ਮਹਾਤਮ ਹੈ ਉਹਦੇ ਵਿੱਚ ਇਹ ਵਿਚਾਰੀਏ। ਸਾਧ ਸੰਗਤ ਜੀਓ, ਜਦੋਂ ਰਿੜਕਿਆ ਗਿਆ ਸਮੁੰਦਰ, ਮੰਥਨ ਕਰਿਆ ਗਿਆ, ਉਹਦੇ ਵਿੱਚ 54 ਦੇਵਤੇ ਸੀ, 54 ਦੈਂਤ ਸੀ। ਦਵੱਲੇ ਤੋਂ ਪਕੜ ਕੇ ਮੰਦਾਰ ਪਹਾੜ ਨੂੰ ਮਧਾਣੀ ਬਣਾ ਕੇ ਜਦ ਰਿੜਕਿਆ ਸੀਗਾ, ਉਹਦੇ ਵਿੱਚ 54 ਸੀ। ਦੋਨਾਂ ਦੀ ਗਿਣਤੀ 108 ਬਣਦੀ। ਇੱਕ ਵਿਚਾਰ ਉਹਨਾਂ ਦਾ ਹੋਰ ਹੈ, ਉਹ ਇਹ ਹੈ ਵੀ ਜਿਹੜਾ ਗੰਗਾ ਦਰਿਆ ਇਹਨੂੰ ਉਹ ਦੇਵੀ ਸਮਝਦੇ ਆ। ਇਹਦਾ ਜਿਹੜਾ ਲੌਂਗੀਚਿਊਡ ਹੈ ਔਰ ਲੈਟੀਚਿਊਡ ਹੈ, ਉਹ 12 ਡਿਗਰੀ ਔਰ 9 ਡਿਗਰੀ ਹੈ। ਇੱਕ ਪਾਸੇ ਨੂੰ 12, ਇੱਕ ਪਾਸੇ ਨੂੰ 9, ਤੋਂ 12 9 108 ਬਣਦੇ। ਇਹ ਵੀ ਉਹਨਾਂ ਦੀ ਮਾਨਤਾ ਹੈ। ਇੱਕ ਮਾਨਤਾ ਉਹਨਾਂ ਦੀ ਹੋਰ ਹੈ ਵੀ ਜਿਹੜਾ ਸ਼ਿਵਾ ਹੈ, ਮਹੇਸ਼, ਉਹ ਜਦੋਂ ਕੌਸਮਿਕ ਡਾਂਸ ਕਰਦਾ ਹੈ, ਤਾਂਡਵ ਕਰਦਾ ਹੈ ਮਸਤੀ ਵਿੱਚ, ਵਜਦ ਵਿੱਚ, ਤਾਂ ਉਹ 108 ਮੁਦਰਾ ਵਿੱਚ ਡਾਂਸ ਕਰਦਾ ਹੈ, ਅਲੱਗ-ਅਲੱਗ ਪੋਜ਼ਾਂ ਵਿੱਚ। ਤੋ ਇੱਕ ਖਿਆਲ ਹੋਰ ਹੈ ਵੀ ਜਿਹੜੇ ਸ਼ਿਵਾ ਦੇ ਸੇਵਕ ਹੈ ਉਹ ਵੀ 108 ਹੈ ਗਿਣਤੀ ਵਿੱਚ, ਜਿਹਨੂੰ ਗਣ ਕਹਿੰਦੇ। ਔਰ ਹਿੰਦੂ ਧਰਮ, ਬੁੱਧ ਧਰਮ ਔਰ ਜੈਨ ਧਰਮ ਦੀ ਜਿਹੜੀਆਂ ਮਾਲਾ ਲੋਕ ਫੇਰਦੇ ਆ, ਉਹਦੇ ਵੀ 108 ਮਣਕੇ ਆ। ਉਹ ਵੀ ਇੱਕ ਸੰਕੇਤ ਹੈ ਪਵਿੱਤਰਤਾ ਦਾ। ਜਿਹੜਾ ਇੱਕ ਖਿਆਲ ਹੋਰ ਦਾਸਰੇ ਨੂੰ ਮਿਲਿਆ ਹੈ ਕਿਸੇ ਮਹਾਂਪੁਰਸ਼ ਤੋਂ, ਉਹ ਵੀ ਆਪ ਜੀ ਨਾਲ ਸਾਂਝਾ ਕਰਨਾ। ਸਾਧ ਸੰਗਤ ਜੀਓ, ਸੰਸਕ੍ਰਿਤ ਵਿੱਚ 108 ਧੁਨੀਆਂ ਹੈ, 27 ਨਛੱਤਰ ਹੈ। 27 ਦੇ ਹਰ ਇੱਕ ਨਛੱਤਰ ਦੇ ਨਾਲ 4-4 ਧੁਨੀਆਂ ਹੈ। 27 ਚੌਕਾ 108 ਬਣਦੀਆਂ। ਉਹ ਕਿਵੇਂ ਹੈ, ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰ ਦਿੰਦਾ। ਇੱਕ ਨਛੱਤਰ ਦੇ ਵਿੱਚ, ਜਿਵੇਂ ਇੱਕ ਅਸ਼ਵਨੀ ਨਛੱਤਰ ਹੈ, ਰੇਵਤੀ ਨਛੱਤਰ ਹੈ, ਅਲੱਗ-ਅਲੱਗ ਨਾਂ ਹੈ। ਅਸ਼ਵਨੀ ਦੇ ਵਿੱਚ ਚੂ, ਚੇ, ਚੋ, ਚੀ, ਚੂ, ਚੇ, ਚੋ, ਲਾ। ਔਰ ਰੇਵਤੀ ਦੇ ਵਿੱਚ ਦੇ, ਦੋ, ਚਾ, ਚੀ। ਇਸ ਤਰ੍ਹਾਂ ਇਹ 27 ਨਛੱਤਰਾਂ ਦੀਆਂ 4-4 ਧੁਨੀਆਂ ਹੈ। ਇਹ 27 ਚੌਕਾ 108 ਬਣਦੀਆਂ। ਜਿਹੜਾ ਇਹਨਾਂ ਦਾ ਗਿਆਤਾ ਹੈ, ਪੁਰਾਣੇ ਸਮਿਆਂ ਦੇ ਵਿੱਚ ਰਾਜਾ ਉਹਨੂੰ 108 ਦਾ ਖਿਤਾਬ ਦਿਆ ਕਰਦਾ ਸੀ। ਔਰ ਨਛੱਤਰ ਕਿਹਨੂੰ ਕਹਿੰਦੇ ਆ ਇਹ ਲੋਕ? ਚੰਦਰਮਾ ਦੇ ਰਸਤੇ ਵਿੱਚ, ਜਿਹੜਾ ਚੰਦਰਮਾ ਆਪਣੀ ਗਰਦਿਸ਼ ਕਰਦਾ ਹੈ ਧਰਤੀ ਦੇ ਆਲੇ ਦੁਆਲੇ, ਉਹਦੇ ਵਿੱਚ ਇਹ 27 ਨਛੱਤਰ ਆਉਂਦੇ। 28ਵਾਂ ਕਦੇ ਕਦੇ ਆਉਂਦਾ, ਜਿਹਨੂੰ ਅਭੀਚ ਜਾਂ ਅਭਿਜਤ ਕਹਿੰਦੇ ਆ। ਕੱਲ੍ਹ ਪਰਸੋਂ ਉਹਦੀ ਵਿਚਾਰ ਹੋਈ ਸੀ। ਔਰ ਚੰਦਰਮਾ ਦੇ ਰਸਤੇ ਦੇ ਇਹ ਜਿਹੜੇ ਨਛੱਤਰ ਹੈ, ਇਹਨਾਂ ਦੇ ਨਾਂ ਵੀ ਲੱਗਦਾ, ਕੋਈ ਜਿਹੜਾ ਨੇੜੇ ਦਾ ਤਾਰਾ ਹੁੰਦਾ ਉਹਦੇ ਨਾਂ ਦੇ ਉੱਤੇ ਰੱਖੇ ਜਾਂਦੇ। ਸਾਧ ਸੰਗਤ ਜੀਓ, ਇੱਕ ਰਾਸ਼ੀ ਵਿੱਚ 2.25 ਨਛੱਤਰ ਹੁੰਦੇ, 2 ਪੂਰੇ, ਇੱਕ ਅੱਧਾ। ਉਹ ਜਿਹੜਾ ਅੱਧਾ ਨਛੱਤਰ ਹੁੰਦਾ ਉਹ ਅਗਲੀ ਰਾਸ਼ੀ 'ਚ ਪੂਰਾ ਹੁੰਦਾ। ਇਹ ਇਹਨਾਂ ਦਾ ਖਿਆਲ ਹੈ ਜੋਤਿਕ ਵਿਦਿਆ ਦਾ, ਪੰਡਤਾਂ ਦਾ। ਔਰ ਜਿਹੜਾ 28ਵਾਂ ਨਛੱਤਰ ਹੈ, ਅਭਿਜੀਤ ਜਾਂ ਅਭੀਚ ਵੀ ਲਿਖਿਆ ਉਹਨੂੰ, ਉਹਦੇ ਵਿੱਚ ਹੀ 2 ਸਾਉਣ, 2 ਸੋਮਵਾਰ, 2 ਮੰਗਲਵਾਰ, 2 ਹਾੜ, ਇਸ ਤਰ੍ਹਾਂ ਕਰਕੇ ਆਪਾਂ ਕਈ ਦਫਾ ਕਹਿੰਦੇ ਹੁੰਦੇ ਵੀ ਇਹ ਕਿਆ ਚੱਕਰ ਹੋ ਗਿਆ, 2-2 ਕਾਹਤੇ ਆ ਗਏ, 2 ਸੰਗਰਾਂਦਾਂ, 2 ਇਕਾਦਸ਼ੀਆਂ। ਇਹ ਉਸੇ ਕਰਕੇ ਆਉਂਦੇ। ਉਹ 28ਵਾਂ ਨਛੱਤਰ ਹੈ ਜਿਹੜਾ ਅਭਿਜੀਤ। ਤੋ ਚਲੋ, ਇਹ ਤਾਂ ਉਹਨਾਂ ਦੀ ਵਿਚਾਰ ਹੈ। ਇੱਕ ਵਿਚਾਰ ਉਹਨਾਂ ਦੀ ਹੋਰ ਵੀ ਹੈ, ਜਿਹੜੇ ਵੇਦ ਸ਼ਾਸਤਰ ਹੈ, ਉਪਨਿਸ਼ਦ ਹੈ, ਪੁਰਾਣਾ ਹੈ, ਇਹਨਾਂ ਦੀ ਗਿਣਤੀ ਵੀ ਉਹ 108 ਕਰਦੇ ਟੋਟਲ। ਬ੍ਰਾਹਮਣੀ ਗ੍ਰੰਥ, ਵੇਦ, ਉਪਨਿਸ਼ਦ, ਪੁਰਾਣ, ਉਹ 108 ਕਰਕੇ ਇਹਨਾਂ ਦੀ ਮਾਨਤਾ ਕਰਦੇ ਵੀ ਜਿਹਨੂੰ ਇਹਨਾਂ ਦਾ ਗਿਆਨ ਹੋ ਗਿਆ ਉਹ 108 ਹੈ। ਹੁਣ ਸਿੱਖ ਮਤ ਵਿੱਚ ਕਿਆ ਖਿਆਲ ਹੈ? ਸਿੱਖ ਮਤ ਵਿੱਚ ਐਸਾ ਕੁਛ ਨਹੀਂ ਹੈ।
ਸਿੱਖ ਮੱਤ ਵਿੱਚ ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ ਉਹ ਪੂਰਾ ਹੈ, ਉਹਦੀਆਂ ਸਾਰੀਆਂ ਕਲਾ ਸੰਪੂਰਨ ਹੈ। ਜਿਹਦੇ ਅੰਦਰ ਨਹੀਂ ਹੋਇਆ, ਦੁਨੀਆ ਦਾ ਗਿਆਤਾ ਹੈ, ਵਿਦਿਆ ਦਾ ਗਿਆਤਾ ਹੈ, ਜੋਤਿਸ਼ ਦਾ ਗਿਆਤਾ ਹੈ, ਉਹ ਗੁਰਮਤਿ ਦੀ ਨਿਗਾਹ ਵਿੱਚ ਕੁਝ ਨਹੀਂ ਹੈ, ਉਹਦੀ ਕੋਈ ਪ੍ਰਾਪਤੀ ਨਹੀਂ ਗਿਣੀ ਜਾਂਦੀ। ਦੁਨੀਆ ਵਿੱਚ ਪ੍ਰਾਪਤੀ ਗਿਣੀ ਜਾਊਗੀ, ਲੇਕਿਨ ਦਰਗਾਹ ਦੇ ਵਿੱਚ ਉਹਦੀ ਕੋਈ ਮਾਨਤਾ ਨਹੀਂ ਹੈ। ਮਹਿਜ਼ ਬਾਹਰਲਾ ਗਿਆਨ ਹੈ ਜੋਤਿਸ਼ ਵਿਦਿਆ ਅਨੁਸਾਰ। ਜਾਂ ਜਿਹੜੇ ਕਿਸੇ ਨੇ ਇੰਨੇ ਧਾਰਮਿਕ ਗ੍ਰੰਥ ਵੀ ਜਾਣ ਲਏ, ਉਹ ਵੀ ਗਿਆਨ ਗੁਰਬਾਣੀ ਬਹੁਤਾ ਸਫਲ ਨਹੀਂ ਮੰਨਦੀ ਜਿੰਨਾ ਚਿਰ ਨਾਮ ਨਾ ਪੈਦਾ ਹੋ ਜਾਏ ਅੰਦਰ। ਗੁਰਮਤਿ ਦਾ ਤਾਂ ਇੱਕੋ ਹੀ ਮੇਨ ਧੁਰਾ ਵੀ ਏਕੇ ਨਾਲ ਜੁੜਿਆ ਕਿ ਨਹੀਂ ਜੁੜਿਆ ਬੰਦਾ। ਜੇ ਜੁੜ ਗਿਆ ਮਹਾਂਪੁਰਸ਼ ਹੈ, ਜੇ ਨਹੀਂ ਜੁੜਿਆ ਉਹ ਮਹਾਂਪੁਰਸ਼ ਨਹੀਂ ਹੈ। ਇਹ ਗੁਰਮਤਿ ਦਾ ਖਿਆਲ ਹੈ। ਤੋ ਸਾਧ ਸੰਗਤ ਜੀਓ, ਸਿੱਖੀ ਦੇ ਵਿੱਚ ਨਾ ਤਾਂ 108 ਕਿਸੇ ਨੂੰ ਲਾਉਣਾ ਚਾਹੀਦਾ, ਨਾ ਲੱਗਦਾ ਵੀ ਨਹੀਂ ਹੈ ਵੈਸੇ ਛੇਤੀ ਛੇਤੀ। ਇਹ ਬ੍ਰਾਹਮਣੀ ਕਰਮ ਹੈ। 108 ਲਾਉਣਾ, ਆਪਣੇ ਆਪ ਨੂੰ ਬੜਾ ਕਰਨਾ, ਹਉਮੈ ਦਾ ਰੂਪ ਹੈ ਇੱਕ ਕਿਸਮ ਦਾ। ਕਿਉਂਕਿ ਅੱਗੇ ਤਾਂ ਰਾਜਾ ਦਿੰਦਾ ਸੀ ਉਪਾਧੀ, ਜਿਹਨੂੰ 108 ਧੁਨੀਆਂ ਦੀ ਜਾਣਕਾਰੀ ਹੁੰਦੀ ਸੀ, ਜਾਂ 108 ਗ੍ਰੰਥਾਂ ਦਾ ਗਿਆਤਾ ਹੁੰਦਾ ਸੀ। ਹੁਣ ਜਣਾ ਕਣਾ ਹੀ ਲਾਈ ਫਿਰਦਾ ਹੈ 108 ਉਸ ਧਰਮ ਵਿੱਚ। ਤੋ ਸਾਡੇ ਸਿੱਖੀ ਨੁਕਤੇ ਨਿਗਾਹ ਤੋਂ ਇਹਦੀ ਕੋਈ ਅਹਿਮੀਅਤ ਨਹੀਂ ਹੈ 108 ਦੀ। ਸਾਡੇ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਔਰ 35 ਮਹਾਂਪੁਰਸ਼ ਜਿੰਨੇ ਵੀ ਬਾਣੀ 'ਚ ਹੈਗੇ, ਸਾਰਿਆਂ ਦਾ ਨੁਕਤਾ ਇੱਕੋ ਹੀ ਹੈ ਵੀ ਅਗਰ ਨਾਮ ਅੰਦਰ ਹੈਗਾ ਹੈ, ਹਉਮੈ ਟੁੱਟ ਚੁੱਕੀ ਹੈ, ਤਾਂ ਸਭ ਕੁਛ ਹੈ। ਫਿਰ ਉਹ ਸਮਝੋ 108 ਦੀ ਬਜਾਏ ਉਹਨੂੰ 1008 ਕਹੀ ਜਾਓ, 1,00,008 ਕਹੀ ਜਾਓ, 1 ਕਰੋੜ 8 ਕਹੋ, ਸਭ ਠੀਕ ਹੈ, ਕਿਉਂਕਿ ਉਹ ਸਾਰਾ ਕੁਛ ਸੰਪੂਰਨ ਹੁੰਦਾ। ਫਿਰ ਨਹੀਂ, ਉਹ ਕੁਛ ਵੀ ਨਹੀਂ ਹੈ। ਇਹ ਖਿਆਲ ਹੈ। ਤੋ ਸਾਧ ਸੰਗਤ ਜੀ, ਇੱਕ ਵਿਚਾਰ ਹੋਰ ਆਈਏ ਮਨ 'ਚ, ਉਹ ਕਰਕੇ ਆਪ ਜੀ ਦੇ ਨਾਲ ਫਿਰ ਵਿਦਾਈ ਲਈਏ। ਸੰਗਤ ਦਾ ਅਸਰ ਕਿਵੇਂ ਪੈਂਦਾ ਹੈ, ਇਹ ਦੇਖਿਓ ਭਾਈ ਗੁਰਦਾਸ ਜੀ ਨੇ ਕਿੰਨਾ ਵਧੀਆ ਇਹਨੂੰ ਐਕਸਪਲੇਨ ਕਰਿਆ। ਸੋਈ ਤਾਂਬਾ ਰੰਗ ਸੰਗ ਜਿਉਂ ਕਹਿਆ ਹੋਈ। ਨਾਲ ਦੀ ਨਾਲ ਵਿਚਾਰ ਕਰਦੇ ਚੱਲੀਏ ਤਾਂ ਕਿ ਸਮਝ ਵੀ ਆ ਜਾਏ, ਪਕੜ 'ਚ ਆ ਜਾਏ ਗੱਲ। ਤਾਂਬੇ ਦੀ ਵਿਚਾਰ ਕਰ ਰਹੇ ਆ ਭਾਈ ਗੁਰਦਾਸ ਜੀ। ਜਦ ਤਾਂਬਾ ਕਲੀ ਦੇ ਨਾਲ ਮਿਲਦਾ ਹੈ ਤਾਂ ਉਹ ਕਾਂਸੀ ਬਣ ਜਾਂਦਾ ਹੈ। ਕਾਂਸੀ ਵੀ ਆਪਾਂ ਜਾਣਦੇ ਹਾਂ, ਘਰਾਂ 'ਚ ਆਪਣੇ ਕਾਂਸੀ ਦੇ ਭਾਂਡੇ ਹੋਇਆ ਕਰਦੇ ਸੀ ਅੱਗੇ। ਸੋਈ ਤਾਂਬਾ ਜਿਸਤ ਮਿਲ ਪਿੱਤਲ ਅਬਲੋਈ। ਜਦ ਉਹੀ ਤਾਂਬਾ ਜਿਸਤ ਦੇ ਨਾਲ ਮਿਲ ਜਾਂਦਾ ਹੈ, ਜਿਸਤ ਜਿੰਕ ਨੂੰ ਕਹਿੰਦੇ ਆ, ਫਿਰ ਉਹ ਪਿੱਤਲ ਬਣ ਜਾਂਦਾ ਹੈ। ਉਹੀ ਤਾਂਬਾ ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ। ਉਹੀ ਜਦੋਂ ਸ਼ੀਸ਼ੇ ਦੇ ਨਾਲ ਯਾਨੀ ਸਿੱਕੇ ਦੇ ਨਾਲ ਮਿਲਦਾ ਤਾਂਬਾ ਤਾਂ ਉਹ ਭਰਤ ਬਣ ਜਾਂਦਾ। ਉਹੀ ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ। ਜੇ ਪਾਰਸ ਦੇ ਨਾਲ ਲੱਗ ਜਾਏ ਤਾਂ ਉਹ ਸੋਨਾ ਬਣ ਜਾਂਦਾ। ਸੋਈ ਤਾਂਬਾ ਭਸਮ ਹੋਏ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ। ਉਸੇ ਤਾਂਬੇ ਨੂੰ ਭਸਮ ਬਣਾ ਕੇ ਵੈਦ ਲੋਕ ਦਵਾਈ ਔਖਦ ਬਣਾ ਲੈਂਦੇ ਉਹਦੀ। ਹੁਣ ਭਾਈ ਗੁਰਦਾਸ ਜੀ ਇਹ ਮਿਸਾਲਾਂ ਦੇ ਕੇ ਸਮਝਾਉਂਦੇ ਆ ਵੀ ਦੇਖੋ ਭਾਈ, ਸੰਗਤ ਦਾ ਇੰਨਾ ਅਸਰ ਹੈ, ਜਿਹਦੇ ਨਾਲ ਵੀ ਤਾਂਬਾ ਮਿਲ ਜਾਂਦਾ ਉਹ ਜੀ ਹੋ ਜਾਂਦਾ। ਉਹ ਹੈ ਤਾਂ ਤਾਂਬਾ ਹੀ ਹੈ, ਕਾਪਰ। ਸ਼ੀਸ਼ੇ ਨਾਲ ਮਿਲ ਕੇ ਕੁਛ ਹੋਰ ਹੈ। ਸ਼ੀਸ਼ਾ ਮੀਨ ਸਿੱਕਾ। ਤਾਂਬਾ ਜਦੋਂ ਜਿਸਤ ਨਾਲ ਮਿਲਦਾ ਪਿੱਤਲ ਬਣ ਜਾਂਦਾ, ਜਦੋਂ ਕਲੀ ਨਾਲ ਮਿਲਦਾ ਤਾਂ ਕਾਂਸੀ ਬਣ ਜਾਂਦਾ। ਔਰ ਜਦੋਂ ਉਹਨੂੰ ਮਾਰ ਲੈਂਦੇ ਹਾਂ, ਗਾਲ ਲੈਂਦੇ ਹਾਂ, ਫਿਰ ਉਹ ਔਖਦੀ ਬਣ ਜਾਂਦਾ। ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਭਾਈ ਗੁਰਦਾਸ ਜੀ ਫਰਮਾਉਂਦੇ ਆ ਵੀ ਸਭ ਜਗ੍ਹਾ ਆਪੇ ਵਰਤ ਰਿਹਾ ਉਹ, ਉਸੇ ਦੀ ਖੇਲ ਹੈ। ਜੇ ਪਿੱਤਲ ਵਿੱਚ ਹੈ ਤਾਂ ਵੀ ਉਹੀ ਹੈ, ਜੇ ਕਹਿਆਂ ਕਾਂਸੀ ਹੈ ਤਾਂ ਵੀ ਉਹੀ ਹੈ, ਜੇ ਭਰਤ ਹੈ ਤਾਂ ਵੀ ਉਹੀ ਹੈ, ਜੇ ਦਵਾਈ ਬਣਾ ਲਈ ਤਾਂ ਵੀ ਉਹੀ ਹੈ। ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਸਾਰਿਆਂ ਪਾਸੇ ਤੂੰ ਹੀ ਹੈ, ਤੇਰੇ ਰੂਪ ਹੈ, ਤੇਰਾ ਰੂਪ ਅਨੇਕਾਂ ਹੀ ਖੇਲਾਂ ਖੇਡ ਰਿਹਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹ ਵਿਚਾਰ ਹੈ ਸਾਰਿਆਂ ਪਾਸੇ ਤੂੰ ਹੀ ਹੈ। ਹੁਣ ਇਹ ਗੱਲ ਦੀ ਵਿਚਾਰ ਇਹ ਕਰਨੀ ਆਪਾਂ ਨੇ, ਪਹਿਲਾਂ ਵੀ ਕਰੀ ਹੈ, ਦੁਬਾਰਾ ਕਰਨੀ ਹੈ, ਕਿਉਂਕਿ ਸਾਨੂੰ ਬਹੁਤ ਵਾਰੀ ਭਟਕਣਾ ਲੱਗਦੀ। ਹੁਣ ਵੀ ਇਹੋ ਜਿਹੇ ਫੋਨ ਆਉਂਦੇ ਵੀ ਜੀ ਜਦ ਸਾਰੇ ਹੀ ਠੀਕ ਹੈ ਤੇ ਫਿਰ ਗਲਤ ਤਾਂ ਕੋਈ ਹੈ ਹੀ ਨਹੀਂ। ਉਹ ਐਕਣ ਦੀ ਗੱਲ ਪਾਈ ਨਹੀਂ ਹੈ ਗੁਰਮਤਿ 'ਚ ਪਾਈ ਹੋਈ। ਹੈ ਸਾਰੇ ਹੀ ਠੀਕ ਹੈ। ਠੇਕੇ 'ਚ ਬੈਠਾ ਸ਼ਰਾਬ ਪੀਣੇ ਵਾਲਾ ਵੀ ਉਹੀ ਹੈ, ਔਰ ਅੰਮ੍ਰਿਤ ਛਕਣ ਵਾਲਾ ਵੀ ਉਹੀ ਹੈ। ਫੁੱਲ ਵੀ ਉਹੀ ਹੈ, ਕੰਡਾ ਵੀ ਉਹੀ ਹੈ, ਵਕਤਾ ਵੀ ਉਹੀ ਹੈ, ਸੁਣਨ ਵਾਲਾ ਸਰੋਤਾ ਵੀ ਉਹੀ ਹੈ। ਇਹ ਗੱਲ ਗੁਰਮਤਿ 'ਚ ਹੈਗੀ ਹੈ। ਪਰ ਨਾਲ ਗੁਰੂ ਸਾਹਿਬਾਨਾਂ ਨੇ ਇਹ ਵੀ ਸਮਝਾਇਆ ਹੋਇਆ ਵੀ ਇਹਨਾਂ 'ਚੋਂ ਠੀਕ ਕੌਣ ਹੈ ਤੇ ਗਲਤ ਕੌਣ ਹੈ। ਠੇਕੇ 'ਚ ਸ਼ਰਾਬ ਪੀਣ ਵਾਲੇ ਨੂੰ ਗੁਰਮਤਿ ਚੰਗਾ ਨਹੀਂ ਕਹਿੰਦੀ, ਚੋਰੀ ਕਰਨ ਵਾਲੇ ਨੂੰ ਚੰਗਾ ਨਹੀਂ ਕਹਿੰਦੀ, ਹਾਲਾਂਕਿ ਚੋਰ ਵੀ ਉਸੇ ਦਾ ਰੂਪ ਹੈ। ਇਹ ਗੱਲ ਸਮਝਣ ਵਾਲੀ ਹੈ।
ਹੋਰ ਬਹੁਤ ਸਾਰਾ ਐਸਾ ਕੁਛ ਹੈ ਜਿੱਥੇ ਆਪਾਂ ਇਹ ਸਮਝਦੇ ਹਾਂ ਵੀ ਵਰਤ ਤਾਂ ਉਹੀ ਰਿਹਾ ਸਭ ਜਗ੍ਹਾ, ਜੁਆਰੀਆ ਵੀ ਉਹੀ ਹੈ। ਜੂਆ ਖੇਡਣਾ ਬਹੁਤ ਬੁਰੀ ਗੱਲ ਹੈ, ਪਾਪ ਹੈ। ਜੂਏ ਦੇ ਨਤੀਜੇ ਆਪਾਂ ਨੂੰ ਪਤਾ ਮਹਾਭਾਰਤ ਦੇ ਰੂਪ 'ਚ ਕਿਵੇਂ ਨਿਕਲੇ। ਕੋਈ ਵੀ ਇਸ਼ੂ ਲੈ ਲਓ, ਚੰਗਾ ਮੰਦਾ ਤਾਂ ਸਾਡੀ ਬੁੱਧੀ ਨੇ ਬਣਾਉਣਾ ਉਹਨੂੰ, ਔਰ ਬਣਾਇਆ ਹੋਇਆ ਹੈ ਉਹੀ ਵਰਤ ਰਿਹਾ। ਚਾਰ ਚਫੇਰੇ ਉਸੇ ਦੀ ਜੋਤ ਹੈ, ਉਸ ਤੋਂ ਬਾਹਰ ਕੁਛ ਵੀ ਨਹੀਂ ਹੋ ਰਿਹਾ। ਤੋ ਚਲੋ ਸਾਧ ਸੰਗਤ ਜੀ, ਦਿਓ ਆਗਿਆ। ਸੁਖਮਨੀ ਸਾਹਿਬ ਦੀ ਸਮੁੱਚੀ ਸਮੱਗਰ ਵਿਚਾਰ ਕਰਦਿਆਂ ਪਤਾ ਨਹੀਂ ਕਿੰਨੀਆਂ ਭੁੱਲਾਂ ਹੋਈਆਂ ਹੋਣਗੀਆਂ, ਕਿੰਨੀਆਂ ਗਲਤੀਆਂ ਹੋਈਆਂ ਹੋਣਗੀਆਂ ਕਿਆ ਹੁੰਦੀਆਂ ਹੀ ਰਹਿੰਦੀਆਂ। ਤੋ ਆਪ ਜੀ ਬਖਸ਼ਣ ਹਾਰ ਹੈ। ਸੰਗਤ ਜਿਹੜੀ ਹੁੰਦੀ ਹੈ ਉਹ ਬਖਸ਼ ਦਿੰਦੀ ਹੁੰਦੀ ਹੈ। ਬੰਦਾ ਗਲਤੀ ਕਰਦਾ, ਸੰਗਤ ਔਰ ਗੁਰੂ ਬਖਸ਼ ਦਿੰਦੇ। ਪਰਮਾਤਮਾ ਬਖਸ਼ਣ ਹਾਰ ਹੈ, ਕਿਰਪਾਲੂ ਦਿਆਲੂ ਹੈ। ਤੋ ਦਿਓ ਆਪ ਜੀ, ਜ਼ਰੂਰ ਬਖਸ਼ ਦਿਓ ਔਰ ਅਸੀਸ ਵੀ ਦਿਓ। ਜੇ ਕੋਈ ਗਲਤੀ ਆਪ ਜੀ ਨੂੰ ਲੱਗੇ, ਪੁਆਇੰਟ ਆਊਟ ਵੀ ਕਰ ਦਿਓ, ਫੋਨ ਕਰਕੇ ਦੱਸ ਦਿਓ। ਕਿਉਂਕਿ ਬੰਦੇ ਦਾ ਕੰਮ ਹੈ ਸਿੱਖਣਾ। ਸਿੱਖ ਹੈ ਹੀ ਉਹ ਸਿੱਖਣ ਵਾਲਾ, ਸਾਰੀ ਉਮਰ ਸਿੱਖਦਾ ਬੰਦਾ। ਇਹ ਮੈਨ ਲਰਨਸ ਆਲ ਹਿਜ਼ ਲਾਈਫ। ਐਜੂਕੇਸ਼ਨ ਹੈ ਜਿਹੜੀ ਉਹ ਕਾਲਜ 'ਤੇ ਖਤਮ ਹੋ ਜਾਂਦੀ ਹੈ। ਇੰਸਟਰਕਸ਼ਨ ਜਿਹੜੀ ਹੈ ਉਹ ਕਾਲਜ 'ਤੇ ਖਤਮ ਹੋ ਜਾਂਦੀ ਹੈ, ਲੇਕਿਨ ਸਿੱਖਿਆ ਸਾਰੀ ਉਮਰ ਚੱਲਦੀ ਹੈ। ਅਖੀਰਲੇ ਦਮ ਤੱਕ ਬੰਦਾ ਸਿੱਖਦਾ ਹੈ। ਇਸ ਕਰਕੇ ਜ਼ਰੂਰ ਕੋਈ ਨਾ ਕੋਈ ਹੋਵੇ ਤਾਂ ਜ਼ਰੂਰ ਪੁਆਇੰਟ ਆਊਟ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।